Hello everyone, welcome to Victor's Knowledge. This is Chinu Sharma. So today we are back with another important part from history revision MCQs. So ਆਪਾਂ ਨੇ ਪਹਿਲੇ ਪਾਰਟ ਦੇ ਅੰਦਰ 1 ਤੋਂ 60 ਤੱਕ MCQ ਕਵਰ ਕੀਤੇ ਸੀ। ਅੱਜ ਇਸ ਪਾਰਟ 2 ਦੇ ਅੰਦਰ ਮੈਂ ਤੁਹਾਡੇ ਨਾਲ 61 to 135 MCQ ਡਿਸਕਸ ਕਰੂੰਗੀ ਤੇ ਜਿਹੜੇ ਰਿਮੇਨਿੰਗ MCQs ਨੇ ਉਹ ਆਪਾਂ ਲਾਸਟ ਥਰਡ ਪਾਰਟ 'ਚ ਕਵਰ ਕਰਾਂਗੇ। Also, I would like to share two important courses with you guys which I have launched recently. So as we all know that notifications release ਹੋਣੀਆਂ start ਹੋ ਗਈਆਂ 15 ਮਈ ਨੂੰ PSSB clerk ਦੇ ਜਿਹੜੇ ਐਗਜ਼ਾਮ ਹੈ ਗ੍ਰਾਮ ਸੇਵਕ ਤੇ ਵਿਲੇਜ ਡਿਵੈਲਪਮੈਂਟ ਆਫੀਸਰ ਇਹ ਜਿਹੜੇ ਪੇਪਰ ਹੋਣ ਵਾਲੇ ਨੇ ਇਹਨਾਂ ਦੇ ਐਪਲੀਕੇਸ਼ਨ ਸਟਾਰਟ ਹੋ ਜਾਣਗੀਆਂ 23 ਮਈ ਤੋਂ ਐਕਸਾਈਜ਼ ਟੈਕਸੇਸ਼ਨ ਇੰਸਪੈਕਟਰ ਦੇ ਆਨਲਾਈਨ ਫਾਰਮ ਫਿਲ ਹੋਣੇ ਸਟਾਰਟ ਹੋ ਜਾਣਗੇ ਸੋ ਟਾਈਮ ਬਹੁਤ ਘੱਟ ਹੈ ਜੇ ਤੁਸੀਂ ਇਹ ਥੋੜੇ ਟਾਈਮ ਦੇ ਵਿੱਚ ਰੈਲੇਵੈਂਟ ਕੋਰਸ ਲੈਣਾ ਚਾਹੁੰਦੇ ਹੋ ਰੈਲੇਵੈਂਸ ਮਟੀਰੀਅਲ ਲੈਣਾ ਚਾਹੁੰਦੇ ਹੋ ਐਗਜ਼ਾਮ ਦੇ ਲਈ ਤਾਂ ਤੁਸੀਂ ਇੱਕ ਕੋਰਸ ਬਾਏ ਕਰ ਸਕਦੇ ਹੋ ਤੁਸੀਂ ਇਕੱਲੇ ਵੀਡੀਓ ਲੈਕਚਰ ਵੀ ਲੈ ਸਕਦੇ ਹੋ ਤੁਹਾਨੂੰ ਜਿਹੜੇ ਕੋਰਸ ਦੀਆਂ ਡਿਟੇਲਸ ਨੇ ਨੋਟਸ ਕਿਹਦੇ ਵਿੱਚ ਮਿਲ ਰਹੇ ਨੇ ਇੱਕ ਹੋਰ ਇੰਪੋਰਟੈਂਟ ਚੀਜ਼ ਹੈ ਜਿਹੜੇ ਵੀ ਸਟੂਡੈਂਟ ਐਕਸਾਈਜ਼ ਤੇ ਟੈਕਸੇਸ਼ਨ ਇੰਸਪੈਕਟਰ ਦਾ ਪੂਰਾ ਕੋਰਸ ਐਗਜ਼ੈਕਟ ਅਮਾਉਂਟ ਵਿੱਚ ਬਾਏ ਕਰਨਗੇ ਉਹਨਾਂ ਨੂੰ ਇਹ ਜਿਹੜਾ ਸਾਰਾ ਕੰਪਲੀਟ ਕੋਰਸ ਹੈ ਗ੍ਰਾਮ ਸੇਵਕ ਤੇ PSSB ਕਲਰਕ ਦਾ ਇਹ ਬਿਲਕੁਲ 100% ਡਿਸਕਾਊਂਟ ਦੇ ਨਾਲ ਫ੍ਰੀ ਮਿਲੂਗਾ ਨਾਲ ਹੀ ਆਉਣ ਵਾਲੇ ਜੋ ਵੀ ਮੇਰੇ ਪੇਡ ਕੋਰਸ ਹੋਣਗੇ ਉਹ ਵੀ ਸਾਰੇ ਫ੍ਰੀ ਮਿਲਣਗੇ ਜਿਹੜੇ ਸਟੂਡੈਂਟ ਐਕਸਾਈਜ਼ ਟੈਕਸੇਸ਼ਨ ਇੰਸਪੈਕਟਰ ਦਾ ਕੋਰਸ ਬਾਏ ਕਰਨਗੇ ਅੱਜ ਦੇ ਇਸ ਟੌਪਿਕ ਦਾ ਪੂਰੇ ਦੇ ਪੂਰੇ ਲੈਕਚਰ ਦਾ ਮੇਨ ਫੋਕਸ ਰਹੂਗਾ ਸੋਸ਼ੀਓ ਰਿਲੀਜੀਅਸ ਮੂਵਮੈਂਟਸ ਤੇ ਉਹਦੇ ਵਿੱਚ ਮੈਂ ਮੇਨਲੀ ਜਿਹੜੀਆਂ ਸਾਊਥ ਵਾਲੀਆਂ ਸੋਸ਼ੀਓ ਰਿਲੀਜੀਅਸ ਮੂਵਮੈਂਟਸ ਸੀ ਜਿਵੇਂ ਸ਼੍ਰੀ ਨਾਰਾਇਣ ਗੁਰੂ ਬਹੁਤ ਇੰਪੋਰਟੈਂਟ ਲੀਡਰ ਰਹੇ ਨੇ ਉਹਨਾਂ ਦੀ ਜ਼ਿਆਦਾ ਡੀਟੇਲ ਡਿਸਕਸ ਕਰੂੰਗੀ ਕਿਉਂਕਿ ਕਾਫੀ ਵਾਰੀ ਸਟੂਡੈਂਟਸ ਕੀ ਨੇ ਉਹ ਜਿਹੜੇ ਸਿੰਪਲ ਸਿੱਧੇ ਮਾਡਰਨ ਇੰਡੀਆ ਹਿਸਟਰੀ ਵਿੱਚ ਸੋਸ਼ੀਓ ਰਿਲੀਜੀਅਸ ਮੂਵਮੈਂਟ ਦੇ ਲੀਡਰਸ ਨੇ ਉਹਨਾਂ ਦੇ ਨਾਮ ਕਰ ਲੈਂਦੇ ਨੇ ਪਰ ਇਹ ਸਾਊਥ ਇੰਡੀਆ ਵਾਲੇ ਸਪੈਸੀਫਿਕਲੀ ਅਲੱਗ ਤੋਂ ਕਈ ਵਾਰੀ ਕੁਐਸਚਨ ਦੇ ਉੱਤੇ ਫੋਕਸ ਕਰਕੇ ਪੁੱਛ ਲੈਂਦਾ ਐਗਜ਼ਾਮੀਨਰ ਕਿਉਂਕਿ ਇਹ ਸਟੂਡੈਂਟਸ ਮੋਸਟਲੀ ਮਿਸ ਕਰ ਦਿੰਦੇ ਨੇ ਤੇ ਥੋੜੇ ਟਫ ਵੀ ਨੇ ਸੋ ਉਹ ਸਾਰੇ ਅੱਜ ਆਪਾਂ ਡੀਟੇਲ 'ਚ ਦੇਖਾਂਗੇ ਸੋ ਪਹਿਲਾ ਕੁਐਸਚਨ ਹੈ ਰਾਜਾ ਰਾਮ ਮੋਹਨ ਰਾਏ ਵਾਸ ਦ ਫਾਊਂਡਰ ਆਫ ਰਾਜਾ ਰਾਮ ਮੋਹਨ ਰਾਏ ਨੇ ਬ੍ਰਹਮ ਸਮਾਜ ਦੀ ਸਥਾਪਨਾ ਕੀਤੀ ਸੀ ਆਪਸ਼ਨ ਏ ਵੈਰੀ ਇੰਪੋਰਟੈਂਟ ਇੱਕ ਹੋਰ ਇੰਪੋਰਟੈਂਟ ਫੈਕਟ ਇਸੇ ਦੇ ਨਾਲ ਜੁੜਿਆ ਹੋਇਆ ਹੈ ਜਿਹੜੇ ਰਾਜਾ ਰਾਮ ਮੋਹਨ ਰਾਏ ਸੀ ਇਹਨਾਂ ਨੂੰ ਰਾਜਾ ਦਾ ਟਾਈਟਲ ਕਿਹਨੇ ਦਿੱਤਾ ਸੀ ਸੋ ਇਹਨਾਂ ਨੂੰ ਰਾਜਾ ਦਾ ਟਾਈਟਲ ਦਿੱਤਾ ਸੀ ਅਕਬਰ 2 ਮੁਗਲ ਐਮਪਰਰ ਨੇ ਸੋ ਅਕਬਰ 2 ਤੁਸੀਂ ਨਾਮ ਯਾਦ ਰੱਖਣਾ ਬਾਕੀ ਜੇ ਆਪਾਂ ਇਹਨਾਂ ਦੇ ਹੋਰ ਕੰਟਰੀਬਿਊਸ਼ਨ ਦੀ ਗੱਲ ਕਰੀਏ ਤਾਂ ਇਹਨਾਂ ਨੇ ਇੱਕ ਤਾਂ ਚਾਈਲਡ ਮੈਰਿਜ ਦੂਜਾ ਇਹਨਾਂ ਨੇ ਸਤੀ ਪ੍ਰਥਾ ਅਬੋਲਿਸ਼ ਕਰਨ ਦੇ ਲਈ ਕਾਫੀ ਜ਼ਿਆਦਾ ਇੰਪੋਰਟੈਂਟ ਯੋਗਦਾਨ ਦਿੱਤਾ ਆਲਸੋ ਇਹਨਾਂ ਨੂੰ ਫਾਦਰ ਆਫ ਬੰਗਾਲ ਰੈਨੇਸੌਨ ਵੀ ਕਿਹਾ ਜਾਂਦਾ ਹੈ ਇਹ ਵੀ ਇੰਪੋਰਟੈਂਟ ਟਾਈਟਲ ਤੁਸੀਂ ਯਾਦ ਰੱਖਣਾ ਹੈ ਵਿਦ ਰਿਗਾਰਡ ਟੂ ਰਾਜਾ ਰਾਮ ਮੋਹਨ ਰਾਏ ਨੈਕਸਟ ਕੁਐਸਚਨ ਸੇਮ ਜਿਹੜਾ ਮੈਂ ਤੁਹਾਨੂੰ ਪਿੱਛੇ ਦੱਸ ਕੇ ਹਟੀ ਹਾਂ ਉੱਥੇ ਮੈਂ ਤੁਹਾਨੂੰ ਨਾਮ ਦੱਸਿਆ ਸੀ ਸੋ ਕੁਐਸਚਨ ਉਸੇ ਚੀਜ਼ ਨਾਲ ਰਿਲੇਟਡ ਹੈ ਰਾਜਾ ਰਾਮ ਮੋਹਨ ਰਾਏ ਨੂੰ ਰਾਜਾ ਦਾ ਟਾਈਟਲ ਕਿਹਨੇ ਦਿੱਤਾ ਸੋ ਇਹ ਟਾਈਟਲ ਦਿੱਤਾ ਸੀ ਮੁਗਲਸ ਨੇ ਤੇ ਮੁਗਲ ਦੇ ਵਿੱਚ ਐਮਪਰਰ ਦਾ ਨਾਮ ਕੀ ਹੈ ਅਕਬਰ 2 ਨੈਕਸਟ ਕੁਐਸਚਨ ਰਾਜਾ ਰਾਮ ਮੋਹਨ ਰਾਏ ਦਾ ਜਨਮ ਹੋਇਆ 1772 22 ਮਈ ਨੂੰ ਇਨ ਵਿਲੇਜ ਰਾਧਾ ਨਗਰ ਇਨ ਡਿਸਟ੍ਰਿਕਟ ਆਫ ਹੁਗਲੀ ਸਟੇਟ ਕਿਹੜੀ ਸੀ ਸੋ ਉਹ ਸੀ ਬੰਗਾਲ ਆਪਸ਼ਨ ਸੀ ਤੇ ਇਹਨਾਂ ਨੂੰ ਬੰਗਾਲ ਦਾ ਮੈਂ ਰਿਪੀਟ ਕਰ ਰਹੀ ਹਾਂ ਫਾਦਰ ਆਫ ਬੰਗਾਲ ਰੈਨੇਸੌਨ ਵੀ ਕਿਹਾ ਜਾਂਦਾ ਹੈ ਇਨ ਡੈਸ਼ ਕਿਹੜੇ ਸਾਲ ਦੇ ਵਿੱਚ ਅ ਮੈਨ ਨੇਮਡ ਰਾਜਾ ਰਾਮ ਮੋਹਨ ਰਾਏ ਫਾਊਂਡਡ ਐਨ ਆਰਗੇਨਾਈਜੇਸ਼ਨ ਬ੍ਰਹਮ ਸਮਾਜ ਦੀ ਆਪਾਂ ਨੇ ਗੱਲ ਕੀਤੀ ਕਿ ਰਾਜਾ ਰਾਮ ਮੋਹਨ ਰਾਏ ਨੇ ਫਾਊਂਡ ਕੀਤੀ ਈਅਰ ਕੀ ਸੀ ਸੋ ਈਅਰ ਸੀ 1828 ਆਪਸ਼ਨ ਸੀ who is regarded as father of modern India so ਇੱਕ ਤਾਂ ਇਹਨਾਂ ਨੂੰ father of Bengal Renaissance ਕਿਹਾ ਜਾਂਦਾ ਹੈ ਸੈਕੰਡਲੀ ਰਾਜਾ ਰਾਮ ਮੋਹਨ ਰਾਏ ਨੂੰ ਹੀ father of modern India ਵੀ ਕਿਹਾ ਜਾਂਦਾ ਹੈ ਨੈਕਸਟ ਹੈ ਬ੍ਰਿਟਿਸ਼ ਸਰਕਾਰ ਨੂੰ ਸਤੀ ਪ੍ਰਥਾ ਦੇ ਅਗੇਂਸਟ ਇੱਕ ਲਾਅ ਬਣਾਉਣ ਲਈ ਉਹਨੂੰ ਅਬੋਲਿਸ਼ ਕਰਨ ਲਈ ਕਿਹਨੇ ਕਨਵਿੰਸ ਕੀਤਾ ਸੀ ਕਿਹਨੇ ਮਨਾਇਆ ਸੀ ਕਿ ਇਹ ਇੱਕ ਸੋਸਾਇਟੀ ਦੀ ਬਹੁਤ ਹੀ ਜ਼ਿਆਦਾ ਬੁਰੀ ਈਵਿਲ ਪ੍ਰੈਕਟਿਸ ਹੈ ਇਹਨੂੰ ਖਤਮ ਕਰ ਦਿੱਤਾ ਜਾਣਾ ਚਾਹੀਦਾ ਹੈ ਸੋ 1829 ਦੇ ਵਿੱਚ ਸਤੀ ਪ੍ਰਥਾ ਅਬੋਲਿਸ਼ ਆਊਟਲਾਅ ਕਰਨ ਦੇ ਲਈ ਕਨਵਿੰਸ ਕੀਤਾ ਸੀ ਰਾਜਾ ਰਾਮ ਮੋਹਨ ਰਾਏ ਨੇ ਆਪਸ਼ਨ ਏ ਨੈਕਸਟ ਕੁਐਸਚਨ ਮਹਾਰਿਸ਼ੀ ਦਇਆਨੰਦ ਸਰਸਵਤੀ was an important Hindu religious scholar, reformer and founder of Maharishi Dayanand Saraswati ने found किते सी आर्य समाज option A. Next is who was the first to give the call for Swarajya India for Indians ਭਾਰਤ ਭਾਰਤੀਆਂ ਦਾ ਇਹ ਕਿਨੇ ਕਿਹਾ ਸੀ ਸੋ ਸਵਰਾਜਿਆ ਵਾਲੀ ਸੈਲਫ ਰੂਲ ਵਾਲਾ ਜਿਹੜਾ ਕਨਸੈਪਟ ਸੀ ਇਹਦੇ ਲਈ ਪਹਿਲੀ ਵਾਰੀ ਆਵਾਜ਼ ਉਠਾਈ ਸੀ ਆर्य समाज ਦੇ ਫਾਊਂਡਰ ਦਇਆਨੰਦ ਸਰਸਵਤੀ ਜੀ ਨੇ option A.
Who founded India House in London? ਲੰਡਨ ਦੇ ਵਿੱਚ ਇੰਡੀਆ ਹਾਊਸ ਦੀ ਫਾਊਂਡੇਸ਼ਨ ਕਿਨੇ ਕੀਤੀ ਸੀ ਤੇ ਨਾਲ ਹੀ ਬਾਕੀ ਰੈਵੋਲੂਸ਼ਨਰੀਜ਼ ਨੂੰ ਅੰਦੋਲਨਕਾਰੀਆਂ ਨੂੰ ਗਾਈਡ ਕੀਤਾ ਸੋ ਇੰਡੀਆ ਹਾਊਸ ਫਾਊਂਡ ਕੀਤਾ ਸ਼ਾਮਜੀ ਕ੍ਰਿਸ਼ਨ ਵਰਮਾ ਆਪਸ਼ਨ ਸੀ very important for exam सत्यार्थ प्रकाश किने लिखा सो सत्यार्थ प्रकाश लिखा सी महर्षि दयानंद सरस्वती ऑप्शन सी Dayanand was born on 12 February 1824 in the town of Tankara near Morbi in Kathiawar region केड़ी princely state so state सी गुजरात option D जिथे महर्षि दयानंद सरस्वती जी दा जन्म होया नेक्स्ट एक इंपॉर्टेंट कोट है ਆਪਾਂ ਨੇ ਦੱਸਣਾ ਕਿ ਇਹ ਕਿਨੇ ਕਹੀ ਸੀ ਸੋ ਇਹ ਕੋਟ ਵਿੱਚ ਮੇਨ ਫੋਕਸ ਕੀਤਾ ਗਿਆ ਵੇਦਾਸ ਬਾਰੇ ਕਿ ਜਿਹੜੇ ਵੇਦ ਨੇ ਉਹਨਾਂ ਤੋਂ ਆਪਾਂ ਕਿਵੇਂ ਸਾਰੀਆਂ ਸਹੀ ਗਲਤ ਜੋ ਉਹਨਾਂ ਨੂੰ ਸਹੀ ਤਰੀਕੇ ਨਾਲ ਪੜ੍ਹ ਕੇ ਆਪਾਂ ਗਿਆਨ ਲੈ ਸਕਦੇ ਹਾਂ ਆਪਾਂ ਨੇ ਪਾਰਸ਼ੀਅਲਿਟੀ ਨਹੀਂ ਕਰਨੀ ਕਿਸੇ ਨਾਲ ਕੁਝ ਬੁਰਾ ਨਹੀਂ ਕਰਨਾ ਹਮੇਸ਼ਾ ਸੱਚ ਦਾ ਸਾਥ ਦਿਓ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਧਰਮਾ ਕਨਸੈਪਟ ਨੂੰ ਲੈ ਕੇ ਕਹੀਆਂ ਸੀ ਵਿਦ ਰਿਗਾਰਡ ਟੂ ਵੇਦਾਸ ਇਹ ਪੂਰੀ ਦੀ ਪੂਰੀ ਜਿਹੜੀ ਸਟੇਟਮੈਂਟ ਹੈ ਇਹ ਕਹੀ ਹੈ दयानंद सरस्वती जी ने सो हुण एक बार आपां इहनूं पढ़ लैंदे हां I accept as dharma whatever is in conformity with impartial justice truthfulness and the like मेरे लिए धर्मा की है धर्म की है ਜਿਹੜੀ ਚੀਜ਼ ਵੀ ਕਿਸੇ ਦੇ ਨਾਲ ਪੱਖਪਾਤ ਨਾ ਕਰੇ ਸਾਰੇ ਨਾਲ ਇਨਸਾਫ ਕਰੇ ਸੱਚਾਈ ਵਾਲੀ ਹੋਵੇ which is not opposed to the teachings of God as embodied in Vedas मेरे लिए ਉਹ ਚੀਜ਼ ਧਰਮ ਹੈ ਜਿਹੜੀ ਵੇਦਾਸ ਦੇ ਵਿੱਚ ਲਿਖੀ ਹੈ whatever is not free from partiality and is unjust partaking of untruth and the like opposed to teaching of God as embodied in Vedas that I hold as adharam so ਧਰਮ ਤੇ ਜਿਹੜਾ ਅਧਰਮ ਦਾ ਕਨਸੈਪਟ ਹੈ ਇਹਦੇ ਬਾਰੇ ਜਿਹੜੀ ਇੰਪੋਰਟੈਂਟ ਪੂਰਾ ਡਿਫਾਈਨ ਕੀਤਾ ਹੈ ਇਹ ਕੀਤਾ ਹੈ ਮਹਾਰਿਸ਼ੀ ਦਇਆਨੰਦ ਸਰਸਵਤੀ ਜੀ ਨੇ 1883 ਵਿੱਚ ਦਇਆਨੰਦ was invited by the Maharaja of Dash to stay at his place ਕਿੱਥੋਂ ਦੇ ਮਹਾਰਾਜਾ ਨੇ ਇਨਵਾਈਟ ਕੀਤਾ ਸੀ ਮਹਾਰਿਸ਼ੀ ਦਇਆਨੰਦ ਸਰਸਵਤੀ ਨੂੰ ਸੋ ਉਹ ਸੀ ਜੋਧਪੁਰ ਰਾਜਸਥਾਨ ਦੇ ਮਹਾਰਾਜਾ ਆਪਸ਼ਨ ਡੀ ਨਿਰੰਕਾਰੀ ਮੂਵਮੈਂਟ ਕਿਨੇ ਸਟਾਰਟ ਕੀਤੀ this was started by Baba Dayal option A Namdari Kuka movement had its origin in the Dash corner of Sikh kingdom away from the places of royal pomp and grandeur सो नामधारी कूका मूवमेंट की शुरुआत हुई सी नॉर्थ वेस्ट एरिया तो ऑप्शन ए कूका मूवमेंट दे फाउंडर ने बालक सिंह ये नाम भी तुसी याद रखना है बाबा दयाल निरंकारी मूवमेंट नाल रिलेटेड बालक सिंह नामधारी कूका हु वर कॉल्ड कूकास कूकास किनू किया जांदा सी नामधारी ते ये जेड़ी इंपॉर्टेंट टर्म है कूकास ये कूक तो ही आई है शरीक जिन्हों आपां कह दिंदे आ ओदे तो Baba Ram Singh born at Paini in Dash district in 1816 Baba Ram Singh जी ਦਾ ਕੂਕਾ मूवमेंट ਦੇ ਨਾਲ ਬਹੁਤ ਇੰਪੋਰਟੈਂਟ ਨਾਮ ਜੁੜਿਆ ਹੋਇਆ ਹੈ ਇਹਨਾਂ ਦਾ ਜਨਮ ਭੈਣੀ ਵਿੱਚ ਹੋਇਆ ਭੈਣੀ ਕਿਹੜੇ ਜ਼ਿਲ੍ਹੇ ਦਾ ਹਿੱਸਾ ਹੈ ਭੈਣੀ ਹੈ ਲੁਧਿਆਣਾ ਜ਼ਿਲ੍ਹੇ ਦਾ ਹਿੱਸਾ ਆਪਸ਼ਨ ਡੀ ਬਾਬਾ ਰਾਮ ਸਿੰਘ ਜੀ ਦੀ ਡੈਥ ਹੋਈ 29 ਨਵੰਬਰ ਈਅਰ ਕਿਹੜਾ ਸੀ ਸਾਲ ਕਿਹੜਾ ਸੀ ਸਾਲ ਸੀ 1885 ਆਪਸ਼ਨ ਏ Singh Sabha intended to restore Sikhism to its past purity by publishing historical religious book ਜਿਹੜੀ ਸਿੰਘ ਸਭਾ ਸੀ ਇਹ ਇੰਪੋਰਟੈਂਟ ਆਰਗੇਨਾਈਜੇਸ਼ਨ ਦਾ ਮਕਸਦ ਸੀ ਸਿੱਖੀਜ਼ਮ ਨੂੰ ਬ੍ਰਿਟਿਸ਼ ਰੂਲ ਦੇ ਟਾਈਮ ਜਿਹੜੀ ਅਲੋਪ ਹੁੰਦੀ ਜਾ ਰਹੀ ਸੀ ਉਹਦੇ ਬਾਰੇ ਲੋਕਾਂ ਨੂੰ ਦੁਬਾਰਾ ਤੋਂ ਰੀਸਟੋਰੇਸ਼ਨ ਬਾਰੇ ਅਵੇਅਰਨੈਸ ਦੇਣੀ ਬੁੱਕਸ ਦੇ ਜ਼ਰੀਏ ਮੈਗਜ਼ੀਨ ਦੇ ਜ਼ਰੀਏ ਅਲੱਗ-ਅਲੱਗ ਨੌਲੇਜ ਪੰਜਾਬੀ ਭਾਸ਼ਾ ਦਾ ਕੀ ਮਹੱਤਵ ਹੈ ਉਹਦੀ ਲੋਕਾਂ ਤੱਕ ਜਾਣਕਾਰੀ ਪਹੁੰਚਾਣੀ and to involve highly placed dash in the educational program of Sikh ਇਹਦੇ ਵਿੱਚ ਉਹ ਨਾਲ ਕਿੰਨਾ ਨੂੰ ਇਨਵੋਲਵ ਕਰਨਾ ਚਾਹੁੰਦੇ ਸੀਗੇ ਸੋ ਉਹ ਸੀ ਇੰਗਲਿਸ਼ਮੈਨ ਆਪਸ਼ਨ ਟੀ Jyotiba Phule was one of the prominent dash of 19th century Jyotiba Phule ਕੌਣ ਸੀ ਇਹ ਇੱਕ social reformer ਸੀ ਆਪਸ਼ਨ ਡੀ Jyotirao Phule was born in Satara district of Dash in 1827 ਕਿੱਥੇ ਇਹਨਾਂ ਦਾ ਜਨਮ ਹੋਇਆ ਮਹਾਰਾਸ਼ਟਰ ਸਟੇਟ ਕਿਸ ਤਰ੍ਹਾਂ ਦੀ ਕਾਸਟ ਨੂੰ ਬਿਲੋਂਗ ਕਰਦੇ ਸੀ ਜੋਤੀਰਾਓ ਬਿਲੋਂਗ ਟੂ ਮਾਲੀ ਕਾਸਟ ਆਪਸ਼ਨ ਏ 1848 ਵਿੱਚ ਇੱਕ ਇਨਸੀਡੈਂਟ ਹੋਇਆ took place in his life that later sparked off Dalit revolution Jyotirao was invited to attend a wedding of one of his dash friend ਕਿਹੜਾ ਇਹ ਜਿਹਾ ਇਨਸੀਡੈਂਟ ਸੀ 1848 ਦਾ ਜਿਹਦੇ ਤੋਂ ਬਾਅਦ ਦਲਿਤ ਰੈਵੋਲੂਸ਼ਨ ਜੋਤੀਰਾਓ
ਦੀ ਲਾਈਫ ਦੇ ਵਿੱਚ ਇਹਦੀ ਸਪਾਰਕ ਉੱਠੀ। ਉਹਨਾਂ ਨੇ ਚਾਹਿਆ ਕਿ ਮੈਨੂੰ ਜਿਹੜਾ ਕਾਸਟ ਦਾ ਭੇਦਭਾਵ ਹੈ, ਦਲਿਤ ਦਾ, ਅਪਰ ਕਾਸਟ ਦਾ, ਇਹਨੂੰ ਦੂਰ ਕਰਨਾ ਚਾਹੀਦਾ, ਇਹਦੇ ਲਈ ਆਵਾਜ਼ ਉਠਾਉਣੀ ਚਾਹੀਦੀ ਹੈ। ਸੋ ਇਹ ਇਨਸੀਡੈਂਟ ਸੀ ਉਹਨਾਂ ਦੇ ਇੱਕ ਬ੍ਰਾਹਮਣ ਫਰੈਂਡ ਦੀ ਮੈਰਿਜ ਦਾ। After reading Thomas Paine's famous book Dash, Jyotirao was greatly influenced by idea। ਕਿਹੜੇ famous book ਤੋਂ ਪ੍ਰਭਾਵਿਤ ਹੋ ਕੇ ਜੋਤੀਰਾਏ ਨੇ ਆਪਣੇ ਅੰਦਰ ਇੱਕ ਰੈਵੋਲੂਸ਼ਨ ਦੇ ਆਈਡੀਆਜ਼ ਲੈ ਕੇ ਆਏ, ਇਕੁਐਲਿਟੀ ਦੇ ਆਈਡੀਆਜ਼ ਲੈ ਕੇ ਆਏ। ਸੋ ਉਹ ਸੀ ਥਾਮਸ ਪੇਨ ਦੀ ਬੁੱਕ ਦ ਰਾਈਟਸ ਆਫ ਮੈਨ, ਆਪਸ਼ਨ ਏ। Viewing the pathetic condition of widows, unfortunate children, Jyotirao decided to open an orphanage called। ਜੋਤੀ ਰਾਏ ਨੇ ਜਿਹੜੀਆਂ ਵਿਧਵਾ ਔਰਤਾਂ ਸੀ, ਬੱਚੇ ਸੀ, ਉਹਨਾਂ ਦੀ ਬਹੁਤ ਹੀ ਜ਼ਿਆਦਾ ਜਿਹੜੀ ਇੱਕ ਦਇਆ ਵਾਲੀ ਹਾਲਤ ਹੋਈ ਸੀ ਬ੍ਰਿਟਿਸ਼ ਰੂਲ ਦੇ ਟਾਈਮ, ਉਹਨੂੰ ਦੇਖਦੇ ਹੋਏ ਇੱਕ ਅਨਾਥ ਆਸ਼ਰਮ ਖੋਲਣ ਦੀ ਡਿਸਾਈਡ ਕੀਤਾ, ਡਿਸੀਜਨ ਲਿਆ। ਉਹਦਾ ਨਾਮ ਕੀ ਸੀ? ਵੈਰੀ ਵੈਰੀ ਇੰਪੋਰਟੈਂਟ, ਤੇ ਇਹ ਕੁਐਸਚਨ ਕਾਫੀ ਵਾਰੀ ਐਗਜ਼ਾਮ 'ਚ ਰਿਪੀਟ ਹੁੰਦਾ ਹੈ। ਸੋ ਉਹ ਨਾਮ ਹੈ ਸਤਿਆਸ਼ੋਧਕ ਸਮਾਜ। ਸੋ ਸਤਿਆਸ਼ੋਧਕ ਸਮਾਜ ਦੀ ਸਥਾਪਨਾ ਕੀਤੀ ਜੋਤੀਰਾਓ ਫੂਲੇ। In dash Jyotiba Phule formed the ਸਤਿਆਸ਼ੋਧਕ ਸਮਾਜ। ਇਹਨੂੰ ਇੰਗਲਿਸ਼ ਵਿੱਚ ਕਿਹਾ ਜਾਂਦਾ ਹੈ Society of Seekers of Truth। ਇਹ ਵੀ ਕਾਫੀ ਵਾਰ ਐਗਜ਼ਾਮ 'ਚ ਆਇਆ ਹੈ। ਇਹਦਾ ਇੰਗਲਿਸ਼ ਨੇਮ ਕੀ ਹੈ? ਸੋ ਉਹ ਕਿਹੜੇ ਸਾਲ ਵਿੱਚ ਫਾਰਮੇਸ਼ਨ ਹੋਈ? 1873, ਆਪਸ਼ਨ ਸੀ। ਜੋਤੀਬਾ ਫੂਲੇ ਦੀ ਡੈਥ ਕਦੋਂ ਹੋਈ? ਸੋ ਉਹ ਹੋਈ 28 ਨਵੰਬਰ 1890, ਆਪਸ਼ਨ ਡੀ। ਸ਼੍ਰੀ ਨਾਰਾਇਣ ਗੁਰੂ ਦਾ ਜਨਮ ਕਿਹੜੇ ਪਰਿਵਾਰ 'ਚ ਹੋਇਆ? ਇਹਨਾਂ ਦਾ ਜਨਮ ਹੋਇਆ ਇਜ਼ਾਵਾ ਫੈਮਿਲੀ ਦੇ ਵਿੱਚ, ਆਪਸ਼ਨ ਏ। Narayan Guru was born on 22nd August 1856 in the village of ਕਿਹੜਾ ਪਿੰਡ ਸੀ? near Thiruvananthapuram। ਸੋ ਉਸ ਪਿੰਡ ਦਾ ਨਾਮ ਸੀ ਜਿੱਥੇ ਸ਼੍ਰੀ ਨਾਰਾਇਣ ਗੁਰੂ ਜੀ ਦਾ ਜਨਮ ਹੋਇਆ, ਚੈਂਪੈਜ਼ੈਂਥੀ, ਆਪਸ਼ਨ ਏ। ਨਾਰਾਇਣ ਗੁਰੂ ਕਿਹਦੇ ਸਨ ਸੀ? ਇਹਨਾਂ ਦੇ ਫਾਦਰ ਦਾ ਨਾਮ ਕੀ ਸੀ? ਸੋ ਫਾਦਰ ਦਾ ਨਾਮ ਸੀ ਮਦਨ ਅਸਨ, ਆਪਸ਼ਨ। ਸੋ ਨੈਕਸਟ ਕੁਐਸਚਨ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਇੰਪੋਰਟੈਂਟ ਚੀਜ਼ ਦੱਸਣਾ ਚਾਹੁੰਦੀ ਹਾਂ। ਨਾਰਾਇਣ ਗੁਰੂ ਜੀ ਦਾ ਨਿਕਨੇਮ ਸੀ ਨਾਨੂ। ਸੋ ਕੁਝ ਕੁਐਸਚਨ ਵਿੱਚ ਨਾਰਾਇਣ ਗੁਰੂ ਨਹੀਂ ਲਿਖਿਆ ਹੋਊਗਾ, ਉੱਥੇ ਨਾਨੂ ਲਿਖਿਆ ਹੋਊਗਾ। ਸੋ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਹੜੇ ਇੰਪੋਰਟੈਂਟ ਸੋਸ਼ਲ ਰਿਲੀਜੀਅਸ ਲੀਡਰ ਰਿਫਾਰਮਰ ਦੀ ਗੱਲ ਹੋ ਰਹੀ ਹੈ। 91st ਕੁਐਸਚਨ, ਯੰਗ ਨਾਨੂ ਹੈਡ ਅ ਕੀਨ ਮਾਈਂਡ, ਤੇ ਇਹਨਾਂ ਨੂੰ ਇੱਕ ਫੇਮਸ ਸਕਾਲਰ ਕੋਲ ਭੇਜਿਆ ਗਿਆ ਐਟ Karunanagalpally, a village 50 miles away from his home at the age of 21। ਸੋ ਇਹ ਕਿਹੜੇ ਸਕਾਲਰ ਕੋ ਗਏ ਸੀ ਸਿੱਖਿਆ ਲੈਣ ਦੇ ਲਈ? ਉਹਨਾਂ ਦਾ ਨਾਮ ਸੀ, ਆਪਸ਼ਨ ਬੀ, ਕੁਮਮਪਿਲੀ ਰਮਨ ਪਿਲਾਈ। ਆਪਣੇ ਪਰਿਵਾਰ ਦੇ ਪ੍ਰੈਸ਼ਰ ਦੇ ਅੰਦਰ ਆ ਕੇ ਨਾਰਾਇਣ ਗੁਰੂ ਜੀ ਦੀ ਕਿਹਦੇ ਨਾਲ ਵਿਆਹ ਹੋਇਆ? ਜਿਹੜੀ ਟ੍ਰੈਡੀਸ਼ਨਲ ਵਿਲੇਜ ਡਾਕਟਰ ਦੀ ਬੇਟੀ ਸੀ। ਸੋ ਇਹਨਾਂ ਦਾ ਵਿਆਹ ਹੋਇਆ ਕਲਿਅੰਮਾ, ਆਪਸ਼ਨ ਬੀ। ਨਾਨੂ met Kunjan Pillai, who later came to be known as Chatampi Swamikal। Kunjan Pillai, who discovered and appreciated Nanu Asan's philosophical genius ਤੇ ਉਹਨਾਂ ਦਾ ਜਿਹੜਾ ਯੋਗਾ ਸੀ, introduced him to dash a ਹਠ ਯੋਗੀ। ਸੋ ਉਹਨਾਂ ਨੇ ਕੁੰਜਨ ਪਿਲਾਈ ਨੇ ਨਾਰਾਇਣ ਗੁਰੂ ਜੀ ਨੂੰ ਮਿਲਾਇਆ ਸੀ ਥਾਈਕੱਟੂ ਅਯੋਗੀ ਦੇ ਨਾਲ, ਜਿਹੜੇ ਯੋਗਾ ਐਕਸਪਰਟ ਸੀ, ਆਪਸ਼ਨ ਬੀ। ਨਾਨੂ ਮੂਵ ਟੂ ਹਿਸ ਹਰਮਿਟੇਜ ਡੀਪ ਇਨਸਾਈਡ ਦ ਹਿਲੀ ਫੋਰੈਸਟ ਆਫ ਡੈਸ਼ ਵੇਅਰ ਹੀ ਲੈਡ ਐਨ ਔਸਟੀਅਰ ਲਾਈਫ। ਇਹਨਾਂ ਨੇ ਮੈਡੀਟੇਸ਼ਨ ਕੀਤੀ, ਬਹੁਤ ਤਪੱਸਿਆ ਕੀਤੀ। ਕਿੱਥੇ? ਕਿੱਥੋਂ ਦੇ ਜੰਗਲਾਂ ਵਿੱਚ? ਸੋ ਉਹ ਸੀ ਮਰੁਥ ਵਮਲ ਜੰਗਲ, ਆਪਸ਼ਨ ਬੀ। Narayan Guru's later literary and philosophical masterpiece Atmopadesh Satkam, ਇਹ ਕਿਹਨੇ ਲਿਖਿਆ ਹੈ? ਐਗਜ਼ਾਮ ਵਿੱਚ ਆ ਸਕਦਾ ਹੈ। ਨਾਰਾਇਣ ਗੁਰੂ ਨੇ। ਕਿਹੜੀ ਲੈਂਗੁਏਜ ਵਿੱਚ ਲਿਖਿਆ ਗਿਆ ਸੀ ਇਹ ਮਾਸਟਰਪੀਸ? This was written in Malayalam, option B। ਕਾਫੀ ਵਾਰੀ ਸਟੂਡੈਂਟਸ ਐਗਜ਼ਾਮ 'ਚ ਇਹਦਾ ਆਨਸਰ ਤਮਿਲ ਟਿਕ ਕਰਕੇ ਆਉਂਦੇ ਨੇ, ਸੋ ਉਹ ਗਲਤ ਹੈ। ਤੁਸੀਂ ਇਹ ਧਿਆਨ ਦੇ ਨਾਲ ਯਾਦ ਰੱਖਣਾ ਹੈ। ਆਤਮੋਪਦੇਸ਼ ਸਤਕਮ ਜਿਹਨੂੰ ਨਾਰਾਇਣ ਗੁਰੂ ਨੇ ਲਿਖਿਆ ਹੈ, ਇਹ ਮਲਿਆਲਮ ਲੈਂਗੁਏਜ ਵਿੱਚ ਹੈ। ਅਰੂਬੀਪੁਰਮ ਇੰਸਟਾਲੇਸ਼ਨ ਕਿਹਨੇ ਕੀਤੀ ਸੀ? ਸੋ ਦਿਸ ਵਾਸ ਆਲਸੋ ਡਨ ਬਾय ਨਾਰਾਇਣ ਗੁਰੂ, ਆਪਸ਼ਨ ਬੀ। 1904 ਵਿੱਚ ਨਾਰਾਇਣ ਗੁਰੂ ਦੀ ਜ਼ਿੰਦਗੀ ਵਿੱਚ ਇੱਕ ਨਵਾਂ ਫੇਜ਼ ਆਇਆ। ਉਹਨਾਂ ਨੇ ਡਿਸਾਈਡ ਕੀਤਾ ਕਿ ਉਹ ਜਿਹੜੀ ਜ਼ਿੰਦਗੀ ਨੂੰ, ਲਾਈਫ ਨੂੰ ਲੱਭ ਰਹੇ ਨੇ, ਵਾਂਡਰ ਕਰ ਰਹੇ ਨੇ, ਉਹਨੂੰ ਛੱਡ ਕੇ ਸੈਟਲ ਡਾਊਨ ਕਰਨਗੇ ਇੱਕ ਜਗ੍ਹਾ ਤੇ ਉੱਥੇ ਹੀ ਆਪਣੀ ਅੱਗੇ ਦੀ ਜਿਹੜੀ ਸਾਧਨਾ ਹੈ, ਸਪਿਰਿਚੁਅਲ ਪ੍ਰੈਕਟਿਸ ਹੈ, ਉਹਨੂੰ ਸਟਾਰਟ ਕਰਨਗੇ। ਕਿਹੜੀ ਜਗ੍ਹਾ ਨੂੰ ਉਹਨਾਂ ਨੇ ਚੁਣਿਆ ਜਿਹੜੀ ਤਿਰੂਵਨੰਤਪੁਰਮ ਤੋਂ 20 ਮਾਈਲ ਨਾਰਥ ਤੇ ਸੀ? ਸੋ ਉਹ ਸੀ ਸ਼ਿਵਾਗਿਰੀ। ਸੋ ਕੁਐਸਚਨ ਉੱਥੇ ਆ ਸਕਦਾ ਤੁਹਾਨੂੰ ਪੇਪਰ 'ਚ ਕਿ ਨਾਰਾਇਣ ਗੁਰੂ ਨੇ ਸਾਧਨਾ, ਸਪਿਰਿਚੁਅਲ ਪ੍ਰੈਕਟਿਸ ਕਿਹੜੀ ਜਗ੍ਹਾ ਤੇ ਸਟਾਰਟ ਕੀਤੀ? ਸੋ ਦੈਟ ਵਾਸ ਸ਼ਿਵਾਗਿਰੀ। ਨਾਰਾਇਣ ਗੁਰੂ ਜੀ ਨੇ ਇੱਕ ਸੰਸਕ੍ਰਿਤ ਸਕੂਲ ਵੀ ਸਟਾਰਟ ਕੀਤਾ ਸੀ, ਕਿੱਥੇ? ਸੋ ਦਿਸ ਵਾਸ ਇਨ ਵਰਕਾਲਾ, ਆਪਸ਼ਨ ਏ। 1913 ਵਿੱਚ ਅਦਵੈਤ ਆਸ਼ਰਮ ਅਲੂਵਾ ਵਿੱਚ ਕਿਹਨੇ ਫਾਊਂਡ ਕੀਤਾ?
The answer is Narayan Guru, option A. This is very very important. ਜਦੋਂ ਨਾਰਾਇਣ ਗੁਰੂ ਜੀ ਦੀ ਉਮਰ 60 ਸਾਲ ਦੀ ਹੋਈ, his birthday was observed throughout the west coast from Mangalore to ਇਹਨਾਂ ਦਾ ਜਨਮ ਦਿਨ ਕਿੱਥੋਂ ਤੋਂ ਲੈ ਕੇ ਕਿੱਥੇ ਤੱਕ ਮਨਾਇਆ ਗਿਆ? So it was from Mangalore to Sri Lanka, option B. ਕਿਉਂਕਿ ਲੋਕ ਇਹਨਾਂ ਦੀ ਟੀਚਿੰਗਸ ਤੋਂ, ਇਹਨਾਂ ਦੀ ਜਿਹੜੀ ਵਿਚਾਰਧਾਰਾ ਸੀ ਉਹਦੇ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀ। A notable disciple of Sri Narayan Guru introduced Guru's vision and ideas to Western world। ਹੁਣ ਜਿਵੇਂ ਆਪਾਂ ਸ਼੍ਰੀਲੰਕਾ ਦੀ ਗੱਲ ਕਰ ਰਹੇ ਸੀ ਕਿ ਉੱਥੇ ਤੱਕ ਇਹਨਾਂ ਦੀ ਵਿਚਾਰਧਾਰਾ ਪਹੁੰਚੀ ਹੋਈ ਸੀ, ਹੋਰ ਪੂਰੇ ਵੈਸਟਰਨ ਵਰਲਡ ਦੇ ਵਿੱਚ ਸ਼੍ਰੀ ਨਾਰਾਇਣ ਗੁਰੂ ਜੀ ਦੇ ਆਈਡੀਆਜ਼ ਨੂੰ ਕੌਣ ਅੱਗੇ ਲੈ ਕੇ ਗਿਆ? ਸੋ ਉਹ ਸੀ ਨਟਰਾਜ ਗੁਰੂ, ਆਪਸ਼ਨ ਏ। Who established Narayan Gurukulam in 1923 in Nilgiri Hills? ਸੋ A ਦੀ ਸਥਾਪਨਾ ਕੀਤੀ ਸੀ ਨਾਰਾਇਣ ਗੁਰੂਕੁਲ ਦੀ ਨਟਰਾਜ ਗੁਰੂ, ਜੋ ਡਿਸਿਪਲ ਸੀ ਨਾਰਾਇਣ ਗੁਰੂ ਦੇ, ਆਪਸ਼ਨ ਏ। 1913 ਵਿੱਚ ਗੁਰੂ ਫਾਊਂਡਡ ਐਨ ਆਸ਼ਰਮ ਐਟ ਡੈਸ਼, ਜਿਹਦਾ ਨਾਮ ਸੀ ਅਦਵੈਤ ਆਸ਼ਰਮ। ਨਾਰਾਇਣ ਗੁਰੂ ਜੀ ਨੇ ਅਲੂਵਾ ਦੇ ਵਿੱਚ ਅਦਵੈਤ ਆਸ਼ਰਮ ਦੀ ਸਥਾਪਨਾ ਕੀਤੀ। Who formed SNDP Yogam? This was formed by Narayan Guru, option C. In a message to Sri Narayan Dharam Paripalan Yogam, ਇਹਦੀ full form ਵੀ ਉਰੇ ਤੁਸੀਂ ਦੇਖ ਸਕਦੇ ਹੋ। SNDP stands for Sri Narayan Dharam Paripalan। 1926 dash declared no community can make progress except through organization। so A statement ਦਿੱਤੀ ਸੀ ਸ਼੍ਰੀ ਨਾਰਾਇਣ ਗੁਰੂ ਜੀ ਨੇ, option C। Who said this message? ਇਹ ਮੈਸੇਜ ਕਿਹਨੇ ਦਿੱਤਾ ਸੀ? The name Izawa, Izawa ਜਿਹੜੀ ਫੈਮਿਲੀ ਨੂੰ ਬਿਲੋਂਗ ਕਰਦੇ ਸੀ ਨਾਰਾਇਣ ਗੁਰੂ, does not denote a caste or religion and he made temple rights to everyone। ਕਿਉਂਕਿ ਕਾਫੀ ਜ਼ਿਆਦਾ ਇਸ਼ੂਜ਼ ਆਉਂਦੇ ਸੀਗੇ ਸਪੈਸ਼ਲੀ ਸਾਊਥ ਵਿੱਚ। ਅੱਜ ਕੱਲ ਵੀ ਆਪਾਂ ਦੇਖਦੇ ਹਾਂ ਕਿ ਟੈਂਪਲਸ ਨੂੰ ਲੈ ਕੇ ਨਿਊਜ਼ ਵਿੱਚ ਰਹਿੰਦਾ ਹੀ ਹੈ ਕੋਈ ਨਾ ਕੋਈ, ਐਂਟਰੀ ਨੂੰ ਲੈ ਕੇ ਇਸ਼ੂਜ਼, ਡਿਫਰੈਂਟ ਕਾਸਟ ਨੂੰ। ਸੋ ਨਾਰਾਇਣ ਗੁਰੂ ਨੇ ਇੱਕ ਬਹੁਤ ਇੰਪੋਰਟੈਂਟ ਮੈਸੇਜ ਦਿੱਤਾ ਸੀ ਕਿ ਇਜ਼ਾਵਾ ਕੋਈ ਕਾਸਟ ਜਾਂ ਰਿਲੀਜਨ ਨਹੀਂ ਹੈ, ਹਰ ਕਿਸੇ ਨੂੰ ਟੈਂਪਲ ਰਾਈਟ ਹੋਣੇ ਚਾਹੀਦੇ ਨੇ। ਜੂਨ 14 1927 ਨੂੰ ਡੈਸ਼ consecrated a mirror with the message Om Shanti on the surface in a temple at Kalawankode। ਸੋ ਇਹ ਜਿਹੜਾ ਮਿਰਰ ਕੌਨਸੀਕ੍ਰੇਟ ਕੀਤਾ ਸੀ ਇਹ ਵੀ ਸ਼੍ਰੀ ਨਾਰਾਇਣ ਗੁਰੂ ਨੇ with message Om Shanti। Gurudevan participated in the anniversary of Sri Narayan Dharma Paripalan Yogam held at, ਸੋ ਇਹ ਕਿੱਥੇ ਹੋਈ ਸੀ? 1927 ਵਿੱਚ, option C। 1928 ਵਿੱਚ ਗੁਰੂਦੇਵਨ ਨੇ ਇੱਕ ਸਪੈਸ਼ਲ ਮੀਟਿੰਗ ਜਿਹੜੀ SNDP ਯੋਗਮ ਦੀ ਹੋਈ ਸੀ ਉਹਦੇ ਵਿੱਚ ਪਾਰਟਿਸਿਪੇਟ ਕੀਤਾ। ਸੋ ਇਹ ਮੀਟਿੰਗ ਕਿੱਥੇ ਹੋਈ? This was held at Kottayam, option C। Shivagiri pilgrimage was conceived by dash and T.K. Kittan writer. It was duly approved by Guru Devan on January 1928। Shivagiri pilgrimage ਨੂੰ conceive ਕਰ ਲਿਆ ਸੀ ਵੱਲਭਸ੍ਰੀ ਗੋਵਿੰਦਨ ਵੈਦਿਆਰ ਤੇ T.K. ਕਿਟਨ ਨੇ। ਤੇ ਉਰੇ ਸ਼ਿਵਾਗਿਰੀ ਨਾਮ ਕਿਸ ਚੀਜ਼ ਨਾਲ ਰਿਲੇਟਡ ਹੈ? ਦੁਬਾਰਾ ਤੋਂ ਤੁਸੀਂ ਯਾਦ ਕਰਨ ਦੀ ਕੋਸ਼ਿਸ਼ ਕਰੋ। ਸੋ ਸ਼ਿਵਾਗਿਰੀ ਆਪਾਂ ਨੇ ਨਾਮ ਪੜਿਆ ਸੀ ਜਿੱਥੋਂ ਨਾਰਾਇਣ ਗੁਰੂ ਜੀ ਨੇ ਆਪਣੀ ਸਾਧਨਾ ਸਪਿਰਿਚੁਅਲ ਪਲੇਸ ਸਟਾਰਟ ਕੀਤੀ ਸੀ। Who said let the pilgrims congregate at the beginning of Gregorian calendar year? It should be Dhanu 1617 in Malayalam calendar। Let the pilgrims observe 10 days self purification according to Sri Buddha principles of 5 purity: body, food, mind, word, deed, called Panch Dharam। ਸੋ ਇਹ ਕਿਹਨੇ ਕਿਹਾ ਸੀ ਕਿ ਜਿਹੜੇ ਪਿਲਗ੍ਰਿਮਸ ਨੇ ਉਹਨਾਂ ਨੂੰ ਪੰਜ ਧਰਮ ਦੇ ਅਕੋਰਡਿੰਗ ਸੈਲਫ ਪਿਉਰੀਫਿਕੇਸ਼ਨ ਕਰਨ ਦਾ ਮੌਕਾ ਦੇਣਾ ਚਾਹੀਦਾ ਹੈ। ਸੋ ਇਹ ਕਿਹਾ ਸੀ ਸ਼੍ਰੀ ਨਾਰਾਇਣ ਗੁਰੂ ਨੇ, ਆਪਸ਼ਨ ਡੀ। Who ruled that pilgrims could wear yellow clothes, the color of garments of Sri Buddha? ਸੋ ਸ਼੍ਰੀ ਬੁੱਧਾ ਦੇ ਜਿਹੜੇ ਗਾਰਮੈਂਟਸ ਦਾ ਕਲਰ ਸੀ ਯੈਲੋ, ਉਹ ਪਾਉਣ ਦੀ ਇਜਾਜ਼ਤ ਕਿਹਨੇ ਦਿੱਤੀ ਸੀ? ਸੋ ਇਹ ਵੀ ਅਲਾਉ ਕੀਤਾ ਸੀ ਸ਼੍ਰੀ ਨਾਰਾਇਣ ਗੁਰੂ ਨੇ, ਆਪਸ਼ਨ ਡੀ। ਨੈਕਸਟ ਇਜ਼ ਸੁਤੰਤਰਿਆ ਗਥਾ ਕਿਹੜੇ ਗ੍ਰੇਟ ਪੋਇਟ ਨੇ ਲਿਖੀ ਹੈ? ਸੋ ਦਿਸ ਇਜ਼ ਰਿਟਨ ਬਾय ਕੁਮਾਰਨ ਸਾਨ, ਆਪਸ਼ਨ ਡੀ। ਗੁਰੂ died on 20 September, year was 1928, option D। Who proclaimed it is years since I left caste and religion, yet some people think that I belong to their caste? That is not correct। ਕਿਹਨੇ ਕਿਹਾ ਸੀ that I do not belong to any particular caste or religion? ਇਹ ਇੰਪੋਰਟੈਂਟ ਵਰਡ ਸੀ ਸ਼੍ਰੀ ਨਾਰਾਇਣ ਗੁਰੂ ਜੀ ਦੇ, ਆਪਸ਼ਨ ਡੀ। ਤੇ ਇਹਦੇ ਤੋਂ ਹੀ ਪਤਾ ਲੱਗਦਾ ਹੈ ਕਿ ਇਹ ਕਾਸਟਿਜ਼ਮ ਦੇ ਕਿੰਨੇ ਜ਼ਿਆਦਾ ਖਿਲਾਫ ਸੀ। ਨੈਕਸਟ ਹੈ ਕਾਸਟਿਜ਼ਮ ਨੂੰ ਲੈ ਕੇ ਸਪੈਸ਼ਲੀ ਇਹ ਕਿਹਨੇ ਕਿਹਾ ਸੀ ਕਿ ਜਿਹੜੇ ਹਿੰਦੂਜ਼ ਦੀ ਚਾਹੇ ਲੋ ਕਾਸਟ ਹੈ ਅਪਰ ਕਾਸਟ ਹੈ ਦੋਨੋਂ ਹੀ ਹਿੰਦੂਇਜ਼ਮ ਦੇ ਸਨ ਨੇ। ਸੋ ਹਿੰਦੂ ਇੱਕ ਐਲਡਰ ਬ੍ਰਦਰ ਹੈ ਜਿਹਦੇ ਉੱਤੇ ਰਿਸਪੌਂਸਿਬਿਲਿਟੀ ਹੈ, therefore exercises certain privileges।
ਸੋ ਇਹ ਜਿਹੜੀ ਇੰਪੋਰਟੈਂਟ ਸਟੇਟਮੈਂਟ ਦਿੱਤੀ ਸੀ ਨਾਰਾਇਣ ਗੁਰੂ ਨੂੰ, ਇਹ ਦਿੱਤੀ ਸੀ ਮਹਾਤਮਾ ਗਾਂਧੀ ਨੇ, ਆਪਸ਼ਨ ਡੀ, ਐਂਡ ਦਿਸ ਇਜ਼ ਇੰਪੋਰਟੈਂਟ ਵਨ। ਇੱਕ ਕਾਸਟ ਇੱਕ ਰਿਲੀਜਨ ਇੱਕ ਰੱਬ ਫॉर ਮੈਨ, ਇਹ ਕਿਹਦੀ ਟੀਚਿੰਗ ਸੀ? ਵਨ ਕਾਸਟ ਵਨ ਰਿਲੀਜਨ ਵਨ ਗॉड ਫॉर ਮੈਨ, ਇਹ ਟੀਚਿੰਗ ਸੀ ਸ਼੍ਰੀ ਨਾਰਾਇਣ ਗੁਰੂ ਦੀ, ਆਪਸ਼ਨ ਡੀ। All are of one self-fraternity, such being the dictum to avow. In such a light, how can we take life and devoid of least pity to go on to eat? A important statement again ਦਿੱਤੀ ਹੈ ਸ਼੍ਰੀ ਨਾਰਾਇਣ ਗੁਰੂ ਜੀ ਨੇ। Who said, ask not, say not, think not caste, think only God? ਕਿਹਨੇ ਕਿਹਾ ਸੀ ਕਿਸ ਤੋਂ ਪੁੱਛੋ ਨਾ, ਕਿਸੇ ਨੂੰ ਕਹੋ ਨਾ ਕਿ ਤੇਰੀ ਕਾਸਟ ਕੀ ਹੈ, ਸਿਰਫ ਰੱਬ ਬਾਰੇ ਸੋਚੋ। ਇਹ ਕਿਹਾ ਸੀ ਸ਼੍ਰੀ ਨਾਰਾਇਣ ਗੁਰੂ, ਆਪਸ਼ਨ ਏ। 1901 ਵਿੱਚ ਕਿੱਥੋਂ ਦੇ ਸੈਂਸਸ ਮੈਨੂਅਲ ਦੇ ਵਿੱਚ ਇੱਕ ਚੀਜ਼ ਰਿਕਾਰਡ ਕੀਤੀ ਗਈ, ਇੱਕ ਤਾਂ ਸ਼੍ਰੀ ਨਾਰਾਇਣ ਗੁਰੂ ਨੂੰ ਇੰਪੋਰਟੈਂਟ ਟਾਈਟਲ ਦਿੱਤਾ ਗਿਆ ਗੁਰੂ ਦਾ, ਨਾਲ ਹੀ ਉਹਨਾਂ ਨੂੰ ਇਰੂਡਾਈਟ ਸੰਸਕ੍ਰਿਤ ਸਕਾਲਰ ਕਿਹਾ ਗਿਆ। ਸੋ ਇਹ ਸੀ ਤ੍ਰੈਵਨਕੋਰ ਦਾ ਮੈਨੂਅਲ, ਆਪਸ਼ਨ ਏ। ਨੈਕਸਟ ਇਜ਼ 1904 ਦੇ ਵਿੱਚ ਜਿਹੜੇ ਤ੍ਰੈਵਨਕੋਰ ਦੇ ਮਹਾਰਾਜਾ ਸੀ, ਉਹਨਾਂ ਨੇ ਐਗਜ਼ੈਂਪਟ ਕਰਤਾ ਕਿ ਨਾਰਾਇਣ ਗੁਰੂ ਨੂੰ ਕਿਸੇ ਵੀ ਕੋਰਟ ਵਿੱਚ personal appearance ਦੇਣ ਦੀ ਲੋੜ ਨਹੀਂ, as an honor recognizing the guru as distinguished living personality। So the right answer is option C, Travancore। ਸਭ ਤੋਂ ਪਹਿਲਾਂ ਨਾਰਾਇਣ ਗੁਰੂ ਦਾ ਸਟੈਚੂ ਕਿਨੇ ਕਨਸੀਵ ਕੀਤਾ? So it was by Murkut Kumaran, option A। Who called Shri Narayan Guru as the second Buddha? Very very important question, ਕਾਫੀ ਵਾਰੀ ਐਗਜ਼ਾਮ ਤੇ ਰਿਪੀਟ ਹੁੰਦਾ ਹੈ, ਜਨਰਲੀ ਪੁੱਛਿਆ ਜਾਂਦਾ ਕਿ who is second Buddha। So ਇਹ ਕਿਹਾ ਸੀ ਸ਼੍ਰੀ ਸੰਕਰਾ ਕਰੂਪ ਨੇ ਸ਼੍ਰੀ ਨਾਰਾਇਣ ਗੁਰੂ ਨੂੰ the second Buddha। Atmopadesh Satakam ਕਿਹਦਾ work ਹੈ? So this is important work of Shri Narayan Guru। Another important question, Advait Deepika ਕਿਹਨੇ ਲਿਖੀ ਹੈ? Advait Deepika again is important work of Shri Narayan Guru, option। Dev Daskam ਇੱਕ ਮਲਿਆਲਮ work ਹੈ, ਇਹ ਕਿਹਦਾ ਹੈ? So this is by Shri Narayan Guru। Jati Nirnyam again by Shri Narayan Guru। Dash Darshan Mala is written in Sanskrit। Darshan Mala ਕਿਹਦੇ ਦੁਆਰਾ ਲਿਖੀ ਗਈ ਹੈ? ਸੰਸਕ੍ਰਿਤ ਵਿੱਚ। ਸੋ ਇਹਦੇ ਰਾਈਟਰ ਹੈ ਸ਼੍ਰੀ ਨਾਰਾਇਣ ਗੁਰੂ। ਬ੍ਰਹਮ ਵਿਦਿਆ ਪੰਚਕਮ, ਇਹ ਵੀ ਇੱਕ ਇੰਪੋਰਟੈਂਟ ਸੰਸਕ੍ਰਿਤ ਵਰਕ ਹੈ, ਦਿਸ ਇਜ਼ ਬਾਈ ਸ਼੍ਰੀ ਨਾਰਾਇਣ ਗੁਰੂ। ਇਹ ਮੈਂ ਨਾਲ ਸਪੈਸੀਫਿਕਲੀ ਮਲਿਆਲਮ ਸੰਸਕ੍ਰਿਤ ਲੈਂਗੁਏਜ ਇਸ ਲਈ ਦੱਸ ਰਹੀ ਹਾਂ ਕਿਉਂਕਿ ਬਹੁਤ ਵਾਰੀ ਪੇਪਰ ਵਿੱਚ ਲੈਂਗੁਏਜ ਉੱਤੇ ਸਿੱਧਾ ਕੁਐਸਚਨ ਆ ਜਾਂਦਾ ਕਿ ਦੇਵ ਦਸਕਮ ਕਿਹੜੀ ਲੈਂਗੁਏਜ ਵਿੱਚ ਲਿਖੀ ਗਈ ਹੈ। ਸੋ ਇਸ ਤਰੀਕੇ ਨਾਲ ਤੁਹਾਨੂੰ ਹਰ ਇੰਪੋਰਟੈਂਟ ਫੈਕਟ ਪਤਾ ਹੋਣਾ ਚਾਹੀਦਾ ਹੈ। 130th question, ਨਿਰਵ੍ਰਿਤੀ ਪੰਚਕਮ ਕਿਹਨੇ ਲਿਖੀ ਹੈ? ਦਿਸ ਇਜ਼ ਅਗੇਨ ਰਿਟਨ ਬਾਈ ਸ਼੍ਰੀ ਨਾਰਾਇਣ ਗੁਰੂ। ਥਿਵਾਰਾ ਪਥਿੰਕੰਗਲ is a Tamil work। ਇਹ ਤਮਿਲ ਵਰਕ ਕਿਹਦਾ ਹੈ? ਸੋ ਆਪਾਂ ਨੇ ਜ਼ਿਆਦਾਤਰ ਸੰਸਕ੍ਰਿਤ ਜਾਂ ਮਲਿਆਲਮ ਵਰਕ ਦੀ ਗੱਲ ਕੀਤੀ ਹੈ, ਪਰ ਇੱਕ ਇੰਪੋਰਟੈਂਟ ਤਮਿਲ ਵਰਕ ਵੀ ਹੈ। ਸੋ ਇਹ ਵੀ ਹੈ ਸ਼੍ਰੀ ਨਾਰਾਇਣ ਗੁਰੂ ਜੀ ਦਾ। ਇਹ ਇੰਪੋਰਟੈਂਟ ਤੁਸੀਂ ਅਲੱਗ ਤੋਂ ਯਾਦ ਰੱਖਣਾ ਹੈ ਕਿ ਤਮਿਲ ਵਰਕ ਕਿਹੜਾ ਹੈ। ਸਰ ਸੈਯਦ ਵਾਸ ਅ ਪ੍ਰੋਫਿਟ ਆਫ ਐਜੂਕੇਸ਼ਨ ਕਿਹਨੇ ਕਿਹਾ ਸੀ? ਇਹ ਕਿਹਾ ਸੀ ਮਹਾਤਮਾ ਗਾਂਧੀ, ਆਪਸ਼ਨ ਏ। Who said Sir Sayyid was an ardent reformer and he wanted to reconcile modern scientific thought with religion? A important statement ਦਿੱਤੀ ਸੀ ਸਰ ਸੈਯਦ ਦੇ ਬਾਰੇ ਜਵਾਹਰ ਲਾਲ ਨਹਿਰੂ ਨੇ, ਆਪਸ਼ਨ ਬੀ। Dash was the founding father of Aligarh movement। Founding father ਸੀ ਅਲੀਗੜ੍ਹ ਮੂਵਮੈਂਟ ਦੇ ਸਰ ਸੈਯਦ ਅਹਿਮਦ ਖਾਨ, ਆਪਸ਼ਨ ਏ। very very important for exam। Who instituted scientific society in 1863? ਇਸ ਸੁਸਾਇਟੀ ਦੀ ਸਥਾਪਨਾ ਕੀਤੀ ਸੀ? ਇੰਪੋਰਟੈਂਟ ਆਨਸਰ ਆਪਸ਼ਨ ਬੀ ਸਰ ਸੈਯਦ ਅਹਿਮਦ ਖਾਨ ਨੇ। ਸੋ ਜਿਹੜੇ ਵੀ ਸੋਸ਼ੀਓ ਰਿਲੀਜੀਅਸ ਮੂਵਮੈਂਟ ਦੇ ਮੈਂ ਤੁਹਾਨੂੰ ਪੂਰੀ ਡੀਟੇਲ ਦੇ ਵਿੱਚ ਐਮਸੀਕਿਊ ਕਰਵਾ ਰਹੀ ਹਾਂ ਸੋ ਦੈਟ ਤੁਹਾਡੇ ਨਾਲ ਮੈਕਸਿਮਮ ਜਿਹੜੇ ਫੈਕਟਸ ਨੇ ਉਹ ਤਿਆਰ ਹੋ ਜਾਣ। ਇਹ ਤੁਸੀਂ ਧਿਆਨ ਦੇ ਨਾਲ ਰਿਵਾਈਜ਼ ਵੀ ਜ਼ਰੂਰ ਕਰਨੇ ਨੇ ਕਿਉਂਕਿ ਐਗਜ਼ਾਮ ਦੇ ਵਿੱਚ ਇਹ ਤੁਹਾਨੂੰ ਆ ਸਕਦੇ ਨੇ ਤੇ ਇਹਨਾਂ ਦੇ ਵਿੱਚੋਂ ਆਈ ਐਮ ਸ਼ੋਰ ਕਿ ਕਾਫੀ ਸਾਰੇ ਇਹੋ ਜਿਹੇ ਫੈਕਟਸ ਹੋਣਗੇ ਜਿਹੜੇ ਤੁਸੀਂ ਪਹਿਲੀ ਵਾਰੀ ਦੇਖੇ ਹੋਣਗੇ ਕਿਉਂਕਿ ਆਪਾਂ ਸਿਰਫ ਜਿਹੜੀਆਂ ਕਾਮਨ ਜਿਹੇ ਰਿਲੀਜੀਅਸ ਮੂਵਮੈਂਟ ਹੁੰਦੇ ਨੇ ਉਹ ਐਗਜ਼ਾਮ ਲਈ ਕਰਕੇ ਚਲੇ ਜਾਂਦੇ ਨੇ ਪਰ ਐਗਜ਼ਾਮੀਨਰ ਕੁਐਸਚਨ ਕਿਤੋਂ ਵੀ ਪੁੱਛ ਸਕਦਾ ਹੈ। ਸੋ these all are very very important। So this is all about today's lecture. Thank you and good luck.